ਬਟ ਤਾਪਸੀ ਪੰਨੂ ਨਾਲ ਕੰਪੈਰੀਜ਼ਨ ਉਹ ਕਿੱਦਾਂ ਲੱਗ ਰਿਹਾ? I have to convince producers and other makers also. So I want you to give audition. ਸਕ੍ਰਿਪਟ ਸੀਗੀ ਮੇਰੇ ਕੋਲ, ਬੌਂਡ ਸਕ੍ਰਿਪਟ ਸੀਗੀ। ਔਰ ਮਤਲਬ ਇੱਦਾਂ ਹੁੰਦਾ ਇੰਡਸਟਰੀ 'ਚ ਐਂ ਹੁੰਦਾ ਕਿ ਲੋਕਾਂ ਨੂੰ ਇਹ ਵਹਿਮ ਹੁੰਦਾ ਕਿ ਸਕ੍ਰਿਪਟਸ ਨਹੀਂ ਦਿੱਤੀਆਂ ਜਾਂਦੀਆਂ। ਬਈ ਆਈ ਹੈਵ ਡਨ 2-3 ਪ੍ਰੋਜੈਕਟਸ ਵਿਦ ਹਿਮ ਐਂਡ ਉਹਨਾਂ ਦੀ ਸਕ੍ਰਿਪਟਸ, ਬੌਂਡ ਵਿਦ ਡਾਇਲੋਗਸ, ਵਿਦ ਐਵਰੀਥਿੰਗ ਇਟਸ ਦੇਅਰ। ਕਿੱਦਾਂ ਉਹ ਗੁਰੂ ਜੀ ਗਾਈਡਡ ਡਾਕਟਰ ਲੱਖਾ ਲਿਆਈ ਸਰ, ਹੀ ਗਾਈਡਡ ਮੀ। ਮੈਂ ਸਵੇਰੇ ਕਲਾਸ ਲਾਉਂਦੀ ਸੀ ਯੂਨੀਵਰਸਿਟੀ ਜਾ ਕੇ। 3 ਵਜੇ ਜਦੋਂ ਸਾਡੀ ਕਲਾਸਿਸ ਖਤਮ ਹੋ ਜਾਂਦੀ ਸੀ, ਨਹੀਂ 3:30 ਵਜੇ ਕਲਾਸਿਸ ਖਤਮ ਹੁੰਦੀ ਸੀ ਔਰ 4 ਵਜੇ ਸਾਡੇ ਥੀਏਟਰ ਕਲਾਸਿਸ ਸ਼ੁਰੂ ਹੋ ਜਾਂਦੇ ਸੀ। 2 years before, when it was in a very initial stage, when he was writing the story, he narrated me because I was doing Ronak with him. ਇਹ ਸਾਰੇ 'ਚ ਤੁਹਾਡੇ ਪੇਰੈਂਟਸ ਦਾ ਕੀ ਸਪੋਰਟ ਹੈ? ਉਹਨਾਂ ਨੂੰ ਕਿੱਦਾਂ ਲੱਗਦਾ They ਹੈ? are very happy. They are very happy. They are very proud. They are supporting me. ਤੇ ਮੇਰੇ ਪਾਪਾ ਬੜੇ ਖੁਸ਼ ਨੇ। ਮੇਰੇ ਪਾਪਾ ਬੜੇ ਖੁਸ਼ ਨੇ, ਮੇਰੀ ਫੈਮਿਲੀ ਬਹੁਤ ਖੁਸ਼ ਆ। They are amazing. They are enjoying it. ਸਤਿ ਸ਼੍ਰੀ ਅਕਾਲ, ਵੈਲਕਮ ਟੂ ਗੁਰਨਾਜ਼ ਟਾਕੀਜ਼। ਸਾਡੇ ਨਾਲ ਅੱਜ ਇੰਨੀ ਸੋਹਣੀ ਜਿਹੀ ਕੁੜੀ ਹੈ ਜਿਹਦੀ ਕੰਪੈਰੀਜ਼ਨ ਮੈਂ ਸੁਣ ਰਹੀ ਹਾਂ ਕਾਫੀ ਦੇਰ ਤੋਂ, ਤਾਪਸੀ ਪੰਨੂ ਨਾਲ ਹੋ ਰਹੀ ਹੈ। ਐਂਡ ਲੈਟਸ ਜਸਟ ਆਸਕ ਫਰੋਮ ਹਰ ਕਿੱਦਾਂ ਲੱਗ ਰਿਹਾ ਹੈ ਇਸ ਕੰਪੈਰੀਜ਼ਨ ਬਾਰੇ ਐਂਡ ਅ ਲੋਟ ਮੋਰ ਅਬਾਊਟ ਹਰ ਜਰਨੀ। ਹਾਈ ਅਰਵਿੰਦਰ, ਵੈਲਕਮ ਟੂ ਦ ਪੋਡਕਾਸਟ। Thank you so much. Thank you for coming here, joining us for the song launch. ਸੌਂਗ ਲਾਂਚ ਯਾ ਕਿਵੇਂ ਲੱਗਿਆ ਤੁਹਾਨੂੰ ਗਾਣਾ? ਕਿਵੇਂ ਲੱਗਿਆ? ਬਹੁਤ ਬਹੁਤ ਹੀ ਸੋਹਣਾ ਹੈ ਤੁਹਾਡਾ ਹੈਗਾ, ਸੱਚੀ ਸੱਚੀ ਬਹੁਤ ਸੋਹਣਾ ਗਾਣਾ ਹੈ। ਐਕਚੁਅਲੀ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਸੋਹਣਾ ਗਾਣਾ। ਤੇ ਤੁਸੀਂ ਪਹਿਲਾਂ ਇਹ ਦੱਸੋ, ਤੁਹਾਨੂੰ ਸਾਰੇ ਕਾਫੀ ਜਣੇ ਮਤਲਬ ਓਬਵੀਅਸਲੀ ਐਵਰੀਬਡੀ ਇਜ਼ ਪ੍ਰੇਜ਼ਿੰਗ ਯੂ ਫॉर योर ਬਿਊਟੀ ਐਂਡ that childlike face that you have, ਬਟ ਤਾਪਸੀ ਪੰਨੂ ਨਾਲ ਕੰਪੈਰੀਜ਼ਨ ਉਹ ਕਿੱਦਾਂ ਲੱਗ ਰਿਹਾ? Actually, I'm taking it as a compliment क्योंकि she's a very amazing actress. She's an amazing artist. ਤੇ yeah, I'm taking it as a compliment. ਓਕੇ। ਐਂਡ ਰਾਵੀ ਦੇ ਕੰਡੇ, ਹਾਊ ਡਿਡ ਯੂ ਗੈਟ ਦਿਸ ਪ੍ਰੋਜੈਕਟ? ਤੁਹਾਨੂੰ ਮਤਲਬ ਇਸ ਮੂਵੀ ਕਿਵੇਂ I ਮਿਲੀ? actually auditioned for it. Though I've worked with the makers ਪਹਿਲਾਂ, ਮਤਲਬ I did Ronak ਇਸ ਤੋਂ ਪਹਿਲਾਂ with the same writer. Or he wanted to cast me in this project also, and he said I have to convince producers and other makers also. So I want you to give audition. Okay, fine. मतलब ये तो बहुत अच्छी बात है। ਤੇ ਅਗਰ ਜੇ ਤੁਸੀਂ ਮੇਰਾ ਆਡੀਸ਼ਨ ਲੈ ਲੈਂਦੇ ਹੋ ਤਾਂ ਆਈ ਵਿਲ ਬੀ ਵੈਰੀ ਸੈਟਿਸਫਾਈਡ ਕਿ ਹਾਂ ਮੇਰੇ ਕੰਮ ਤੋਂ ਕੰਮ ਮਿਲ ਰਿਹਾ। ਸੋ ਆਈ ਐਮ ਵੈਰੀ ਹੈਪੀ ਵੈਨ ਆਈ ਗਿਵ ਆਡੀਸ਼ਨ ਐਂਡ ਆਈ ਗॉट ਸਿਲੈਕਟਡ ਆਫਟਰ ਦ ਆਡੀਸ਼ਨ। ਤਾਂ ਮੈਨੂੰ ਐਂ ਲੱਗਦਾ ਕਿ ਓਕੇ, ਥਿੰਗਸ ਆਰ ਗੋਇੰਗ ਵੈਰੀ ਪੋਜ਼ਿਟਿਵ ਐਂਡ ਇਨ ਅ ਵੈਰੀ ਗੁੱਡ ਡਾਇਰੈਕਸ਼ਨ। ਸੋ ਸਟੈਪ ਬਾਏ ਸਟੈਪ ਚੀਜ਼ਾਂ ਹੁੰਦੀਆਂ ਗਈਆਂ। ਸੋ ਹੀ ਨਰੇਟਡ ਮੀ ਦ ਸਟੋਰੀ। ਆਈ ਨਿਊ ਦ ਸਟੋਰੀ ਮਤਲਬ 2 years before, when it was in a very initial stage, when he was writing the story, he narrated me because I was doing Ronak with him. Okay. He narrated me the story on the set only. ਤੇ ਫਿਰ ਉਹ ਜ਼ਿਆਦਾ ਸੋਹਣੀ ਗੱਲ ਸੀਗੀ। So by hook by crook I so wanted to be the part of this movie because of Pankaj sir. और ਰੱਬ ਨੇ ਅਰਦਾਸ ਸੁਣ ਲਈ, finally I'm a part of this film. ਔਰ ਇੰਨੀ ਵੱਡੀ ਸਟਾਰ ਕਾਸਟ ਆ, ਇੰਨੇ ਸੋਹਣੇ ਸੋਹਣੇ ਵਧੀਆ ਵਧੀਆ ਐਕਟਰਸ ਨੇ, ਸਟਿਲ you are having a character in such a big project, in such a movie, and where you are playing a daughter of Pankaj Kapoor, it's a compliment, it's a award itself. Wow. I can see how happy and excited you are about this project. But, playing Pankaj Kapoor's daughter, that was the next question I had in mind. What does it feel like to be acting with him, and what were your learnings working with him? I was shivering. I was nervous. I was scared. Or actually, I don't have words. Maybe I have to go home and read books to explain what I am feeling inside. What actually I'm feeling. I don't have words to explain how excited, how nervous, or how shivery I was feeling at that time when I get to know that I have a shot with him. ਸੋ ਉਹ ਥੈਂਕਫੁਲੀ ਉਹ ਥੋੜ੍ਹਾ ਜਿਹਾ ਨਾ ਇਮੋਸ਼ਨਲ ਸ਼ਾਟ ਸੀਗਾ, ਔਰ ਉਹਦੇ 'ਚ ਮੈਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਪਈ। ਹੀ ਵੈਨ ਹੀ ਡਾਇਰੈਕਟਰ ਸਰ ਸੈਡ ਐਕਸ਼ਨ, ਆਈ ਵਾਜ਼ ਲਾਈਕ, ਉਹ ਮੇਰੇ ਹੰਝੂ ਆਟੋਮੈਟਿਕਲੀ ਆ ਰਹੇ ਸੀ ਕਿਉਂਕਿ ਆਈ ਵਾਜ਼ ਸੋ ਹੈਪੀ। ਮੈਂ ਕਿਹਾ ਇਹ ਸੌਖਾ ਹੋ ਗਿਆ। ਹਾਂ, ਇਹ ਬਹੁਤ ਸੌਖਾ ਹੋ ਗਿਆ। ਸੋ ਇਟ ਜਸਟ ਉਹਨੇ ਪੰਪ ਦੇਤਾ ਮੈਨੂੰ ਕਿ ਹਾਂ ਠੀਕ ਹੈ। ਉਹ ਇਮੋਸ਼ਨ ਜਿਹੜੇ ਮੇਰੇ ਉਹ ਸੀਨ ਦੇ ਵਿੱਚ ਆ ਗਏ।
ਤੇ ਪੰਕਜ ਸਰ ਨਾਲ ਕੰਮ ਕਰਨਾ ਜਿਵੇਂ ਤੁਸੀਂ ਦੱਸਿਆ ਕਿੰਨਾ ਮਤਲਬ ਉਹ ਐਕਸਪੀਰੀਅੰਸ ਕਿੱਦਾਂ ਸੀ ਉਹਨਾਂ ਤੋਂ ਕੁਝ ਸਿੱਖਣ ਨੂੰ ਵੀ ਮਿਲਿਆ ਕੁਛ ਕੁਛ ਮਤਲਬ ਸਭ ਕੁਛ ਦ ਵੇ ਹੀ ਇਜ਼ ਔਨ ਦ ਸੈਟ ਪਹਿਲੀ ਗੱਲ ਤਾਂ ਕਿਉਂਕਿ ਚਲੋ ਐਕਟਿੰਗ ਤਾਂ ਹੈਗੀ ਹੈ ਉਹ ਤਾਂ ਹੈਗੀ ਹੈ ਦ ਵੇ ਹੀ ਇਜ਼ ਔਨ ਸੈਟ ਹੀ ਇਜ਼ ਵੈਰੀ ਪੋਇਸਡ ਕਾਮ ਸਿਟਿੰਗ ਇਨ ਅ ਕਾਰਨਰ ਆਪਦੀ ਚੇਅਰ ਲੈ ਕੇ ਹੈ ਨਾ ਐਂਡ ਹੀ ਇਜ਼ ਅਬਜ਼ਰਵਿੰਗ ਐਵਰੀਥਿੰਗ ਵੈਰੀ ਸ਼ਾਂਤ ਥਿੰਕਿੰਗ ਅਬਾਊਟ ਹਿਜ਼ ਓਨ ਕਰੈਕਟਰ ਹੀ ਇਜ਼ ਇਨਟੂ ਹਿਜ਼ ਓਨ ਜ਼ੋਨ ਨਹੀਂ ਤਾਂ ਸਾਡੇ ਵਰਗੇ ਤਾਂ ਭਕਾਈ ਮਾਰਦੇ ਰਹਿੰਦੇ ਨੇ ਇਹਦੇ ਨਾਲ ਬਹਿ ਗਏ ਇਹਦੇ ਨਾਲ ਬਹਿ ਗਏ ਉਹ ਚਾਚੀਆਂ ਮਾਮੀਆਂ ਚਾਚੀਆਂ ਆਹ ਕਰ ਲਿਆ ਉਹ ਕਰ ਲਿਆ ਬਟ looking at him it was like a principal बैठा है okay and you really need to be very शांत calm and disciplined है ना तो that was a very new thing to learn कि हाँ okay behind the camera is very like ਏਦਾਂ ਬੈਠੇ ਨੇ ਬਸ ਜ਼ੈਨ ਮੋਡ ਹੀ ਇਜ਼ ਵੈਰੀ ਕਾਮਲੀ ਉਹਨੂੰ ਐਂ ਲੱਗਦਾ ਸੀ ਸ਼ਾਇਦ ਉਹ ਭਗਤੀ ਕਰਦੇ ਰਹਿੰਦੇ ਹੋਣਗੇ ਮਤਲਬ ਵੋਟ ਆਈ ਦਿਸ ਇਜ਼ ਮਾਈ ਓਪੀਨੀਅਨ ਉਹ ਚੁੱਪਚਾਪ ਬੈਠੇ ਰਹਿੰਦੇ ਸੀ ਕੋਈ ਆਇਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਬਸ ਬਸ ਜ਼ਿਆਦਾ ਗੱਲਬਾਤ ਕਰਨ ਨੂੰ ਨਹੀਂ ਮਿਲਿਆ ਨਹੀਂ ਬਹੁਤ ਜ਼ਿਆਦਾ ਨਹੀਂ ਬਟ ਸਟਿਲ ਆਈ ਫੀਲ ਵੈਰੀ ਲੱਕੀ ਬਿਕਾਜ਼ ਕੁਛ ਜਿਹੜੀਆਂ ਗੱਲਾਂ ਕੀਤੀਆਂ ਨੇ ਇਟ ਵਿਲ ਸਟੇ ਵਿਦ ਮੀ ਫॉर ਮਾਈ ਹੋਲ ਲਾਈਫ those things those moments those conversations are very special to me I'm sure. And as special as this movie is, ਮੈਨੂੰ I know ਕਿ ਤੁਹਾਡੀ back to back 3 movies release ਹੋ ਰਹੀਆਂ ਨੇ ਇਸ ਸਾਲ, isn't it? ਹਾਂਜੀ ਤੇ ਕੁਝ ਤੁਹਾਨੂੰ 3-4 ਸਾਲ ਹੋ ਗਏ ਇੰਡਸਟਰੀ ਨਾਲ ਜੁੜੇ ਹੋਏ ਹੈ ਨਾ ਤੇ 3 ਸਾਲ ਵਿੱਚ ਪਹਿਲਾਂ ਹੌਲੀ ਹੌਲੀ ਇੱਕ ਅੱਧਾ ਪ੍ਰੋਜੈਕਟ ਆ ਰਿਹਾ ਸੀ ਤੇ ਸਡਨਲੀ ਇਦਾਂ ਹੈ ਨਾ ਕਿ ਵੀ ਤਿੰਨੋਂ ਇਕੱਠੇ ਐਕਚੁਅਲੀ ਮੈਨੂੰ ਨਹੀਂ ਪਤਾ ਕਿ ਕਿਵੇਂ ਹੋਇਆ ਬਿਕਾਜ਼ ਡੇਟਸ ਵਗੈਰਾ ਪ੍ਰੋਡਿਊਸਰਸ ਡਿਸਾਈਡ ਕਰਦੇ ਨੇ ਉਹ ਐਕਚੁਅਲੀ ਜਦੋਂ ਹੋਇਆ ਕਿ ਮੈਂ ਇੱਕ ਤੋਂ ਬਾਅਦ ਇੱਕ ਫਿਲਮ ਸ਼ੂਟ ਤਾਂ ਮੈਂ ਮਤਲਬ ਵਕਫਾ ਲੈ ਕੇ ਵਕਤ ਦੇ ਨਾਲ ਕੀਤੀ ਆ ਬਟ ਰਿਲੀਜ਼ ਪਤਾ ਨਹੀਂ ਕਿਵੇਂ ਉਹ ਇੱਕਦਮ ਇੱਦਾਂ ਹੀ ਹੋ ਰਹੀ ਆ ਪਹਿਲਾਂ ਤਾਂ ਐਂ ਹੋ ਗਿਆ ਸੀਗਾ ਕਿ ਇਵਨ ਰਾਵੀ ਨੇ ਵੀ ਹੁਣ ਡੇਟ ਚੇਂਜ ਕੀਤੀ ਆ ਆਪਾਂ 2 ਅਕਤੂਬਰ ਨੂੰ ਆ ਰਹੇ ਹਾਂ ਪਰ ਅਰਲੀਅਰਲੀ ਇਟ ਵਾਜ਼ ਇਨ ਔਨ 5th ਸੈਪਟੈਂਬਰ ਤੋਂ ਇਟ ਵਾਜ਼ ਲਾਈਕ ਕਿ ਸੈਪਟੈਂਬਰ 'ਚ ਹੀ 3 ਫਿਲਮਾਂ ਆ ਰਹੀਆਂ ਸੀ 5th September was Ravi और फिर 19th ਨੂੰ ਬੁਲਾਵਾ and then 26 रौनक and I was like अरे ये क्या हो रहा है तो पर चलो producers are very kind ਇਹਨਾਂ ਨੂੰ ਲੱਗਿਆ ਕਿ ਵੱਡੀ ਐਕਚੁਅਲੀ ਇਹ ਵੱਡੀ ਫਿਲਮ ਆ ਔਰ ਇਟ ਐਕਚੁਅਲੀ ਨੀਡਸ ਅ ਟਾਈਮ ਆਡੀਅנס ਤੱਕ ਜਾਣ ਦਾ ਇੱਕ ਟਾਈਮ ਹੁੰਦਾ ਇੱਕ ਪ੍ਰੋਸੈਸ ਹੁੰਦਾ ਕਿਉਂਕਿ ਇੱਥੇ ਬੈਠੇ ਅਸੀਂ ਦੂਰ ਆਡੀਅנס ਤੱਕ ਆਪਣੀ ਗੱਲ ਪਹੁੰਚਾਉਣੀ ਹੈ ਤਾਂ ਇਟ ਵਿਲ ਟੇਕ ਟਾਈਮ ਤੋ ਥੈਂਕ ਗॉड ਵੀ ਹੈਵ ਅ ਮੰਥ ਟੂ ਕਨਵੇ ਆਰ ਮੈਸੇਜ ਦੈਟ we are coming with the Ravi De Kande. It's a very beautiful movie. It's a very, very, very fresh, beautiful movie with the fresh faces and fresh actors, fresh story and fresh visualizations or cinematography or though Harry sir and Jas sir are coming after maybe like 7 years. So it was a dream come true to be in their cinema, to be a part of their cinema is amazing. It's a award itself. wow ਤੇ ਜਿਹੜੇ ਤੁਹਾਡੇ ਦੋਨੋਂ ਹੋਰ ਪ੍ਰੋਜੈਕਟਸ ਆ ਰਹੇ ਬੁਲਾਵਾ ਤੇ ਰੌਣਕ ਵਿੱਚ ਤੁਸੀਂ ਟਾਈਟਲ ਰੋਲ ਪਲੇ ਕਰ ਰਹੇ ਹੋ ਰਾਈਟ ਹਾਂਜੀ ਰੌਣਕ 'ਚ ਮੈਂ ਇਹਨਾਂ ਨੇ ਐਜ਼ ਰੌਣਕ ਪਲੇ ਕਰ ਰਹੀ ਹਾਂ ਤੇ ਇਹਨਾਂ ਦੋਨਾਂ ਬਾਰੇ ਵੀ ਦੱਸੋ ਸਾਨੂੰ ਕੁਝ ਕਿ ਵੀ ਇਹ ਮੂਵੀਜ਼ ਦੇ ਇਫ ਵਟਐਵਰ ਯੂ ਕੈਨ ਸ਼ੇਅਰ ਵਿਦ ਅਸ ਇਹਨਾਂ ਦੇ ਕੈਰੈਕਟਰਸ ਬਾਰੇ ਜਾਂ ਇਹਨਾਂ ਦੀ ਜਰਨੀ ਬਾਰੇ ਆਪਾਂ ਥੋੜੇ ਦਿਨਾਂ 'ਚ ਫਿਰ ਮਿਲਾਂਗੇ ਮੈਂ ਬੁਲਾਵਾ ਲਈ ਵੀ ਔਰ ਰੌਣਕ ਲਈ ਵੀ ਹੋਪਫੁਲੀ ਆਈ ਸੀ ਯੂ ਆਪਾਂ ਉਹਦੇ 'ਚ ਵਿਸਤਾਰ 'ਚ ਗੱਲ ਕਰਾਂਗੇ ਇਹਨਾਂ ਫਿਲਮਾਂ ਬਾਰੇ ਬਟ ਮੈਂ ਹੁਣ ਐਂ ਕਹਿ ਸਕਦੀ ਹਾਂ ਕਿ 2 ਅਮੇਜ਼ਿੰਗ ਪ੍ਰੋਜੈਕਟਸ ਆਰ ਔਨ ਦੇਅਰ ਵੇਅਰ ਅਮੇਜ਼ਿੰਗ ਕਰੈਕਟਰਸ ਡਿਫਰੈਂਟ ਕਰੈਕਟਰਸ ਵਟ ਆਈ ਐਮ ਪਲੇਇੰਗ ਇਨ ਦਿਸ ਮੂਵੀ ਇਸ ਤੋਂ ਡਿਫਰੈਂਟ ਆ ਬੁਲਾਵਾ ਉਸ ਤੋਂ ਡਿਫਰੈਂਟ ਆ ਰੌਣਕ ਅਤੇ ਜਰਨੀ ਆ ਹਰ ਇੱਕ ਪ੍ਰੋਜੈਕਟ ਦੀ ਆਪਣੀ ਔਰ ਮੈਂ ਬੜੀ ਪੋਜ਼ੀਟਿਵ ਹਾਂ ਬਹੁਤ ਹੀ ਜ਼ਿਆਦਾ ਇੱਕ ਉਮੀਦ ਲੈ ਕੇ ਆ ਰਹੀ ਹਾਂ ਕਿ ਆਈ ਹੋਪ ਕਿ ਆਡੀਅנס ਮੈਨੂੰ ਐਕਸੈਪਟ ਕਰੇ ਉਹ ਮੈਨੂੰ ਆਪਦੇ ਘਰ ਦੇ ਜੀਅ ਵਾਂਗੂ ਪਿਆਰ ਕਰਨ ਕਿਉਂਕਿ ਫਿਲਮ ਇੰਡਸਟਰੀ ਦੇ ਲੋਕ ਆਈ ਫੀਲ ਕਿ ਉਹ ਪੰਜਾਬ ਦੇ ਲੋਕਾਂ ਦੇ ਘਰਾਂ ਦਾ ਇੱਕ ਜੀਅ ਬਣ ਚੁੱਕੇ ਨੇ ਹੈ ਨਾ ਸੋ ਆਈ ਵਾਂਟਡ ਟੂ ਬੀ ਦ ਮੈਂਬਰ ਆਫ ਦੇਅਰ ਫੈਮਲੀਜ਼ just trying myself best and doing hard work just to be the part of their family. As now you cannot talk about right now you cannot talk about these other projects tell us whatever you can
ਇਹਦਾ ਇਹਦੇ 'ਚ ਤੁਹਾਡਾ ਰੋਲ ਕੀ ਹੈ? ਆਪਣੇ ਕੈਰੈਕਟਰ ਬਾਰੇ ਥੋੜ੍ਹਾ ਕਿ ਕਿੱਦਾਂ ਪ੍ਰੈਪਰੇਸ਼ਨ ਕੀਤੀ? ਯੂ ਪਲੇ ਹਿਜ਼ ਡਾਟਰ, ਵੀ ਨੋ ਦੈਟ, ਬਟ ਹਾਂਜੀ। ਵਟਐਵਰ ਐਲਸ ਯੂ ਕੈਨ ਸ਼ੇਅਰ। ਐਕਚੁਅਲੀ ਮੈਂ ਇਹਦੇ 'ਤੇ ਮਿਹਨਤ ਕੀਤੀ ਆ, ਕਿਉਂਕਿ ਆਈ ਨਿਊ ਅਬਾਊਟ ਦਿਸ ਪ੍ਰੋਜੈਕਟ। ਔਰ ਜਦੋਂ ਲਿਖਿਆ ਸੀਗਾ, ਆਈ ਹੈਡ ਸਮ ਸੈਸ਼ਨਸ ਵਿਦ ਰਾਈਟਰ ਸਰ, ਅਤੇ ਉਹਨਾਂ ਨੇ ਮੈਨੂੰ ਸਮਝਾਇਆ, ਕੀਤਾ ਪ੍ਰੋਜੈਕਟ, ਨਰੇਸ਼ਨਸ ਹੋਈਆਂ, ਮੈਂ ਨਰੇਸ਼ਨਸ ਲਈਆਂ, ਸਕ੍ਰਿਪਟ ਸੀਗੀ ਮੇਰੇ ਕੋਲ, ਬੌਂਡ ਸਕ੍ਰਿਪਟ ਸੀਗੀ। ਔਰ ਮਤਲਬ ਇੱਦਾਂ ਹੁੰਦਾ ਇੰਡਸਟਰੀ 'ਚ, ਐਂ ਹੁੰਦਾ ਹੈ ਕਿ ਲੋਕਾਂ ਨੂੰ ਇਹ ਵਹਿਮ ਹੁੰਦਾ ਕਿ ਸਕ੍ਰਿਪਟਸ ਨਹੀਂ ਦਿੱਤੀਆਂ ਜਾਂਦੀਆਂ। ਬਈ ਆਈ ਹੈਵ ਡਨ 2-3 ਪ੍ਰੋਜੈਕਟਸ ਵਿਦ ਹਿਮ, ਐਂਡ ਉਹਨਾਂ ਦੀ ਸਕ੍ਰਿਪਟਸ, ਬੌਂਡ ਵਿਦ ਡਾਇਲੋਗਸ, ਵਿਦ ਐਵਰੀਥਿੰਗ, ਇਟਸ ਦੇਅਰ। ਔਰ ਉਹ ਇੰਨਾ ਸੌਖਾ ਹੋ ਜਾਂਦਾ ਸੀਗਾ ਕੰਮ ਕਰਨਾ। ਔਰ ਫਿਰ ਰਿਤੂ ਦਾ ਕਰੈਕਟਰ ਇਜ਼ ਬੜੀ ਪਿਆਰੀ ਜਿਹੀ ਕੁੜੀ ਨਹੀਂ ਹੁੰਦੀ, ਜਿਵੇਂ ਮੰਨ ਲਓ ਇਹ 4 ਕੁੜੀਆਂ ਅਤੇ ਪਿਓ ਦੀ ਕਹਾਣੀ ਆ, ਉਹਨਾਂ ਦੇ ਵਿੱਚੋਂ 4 ਕੁੜੀਆਂ 'ਚ ਮੇਰਾ ਜਿਹੜਾ ਕਿਰਦਾਰ ਹੈ, ਉਹ ਨਹੀਂ ਹੁੰਦਾ ਕਿ ਇੱਕ ਸ਼ਾਂਤ ਜਿਹਾ ਬੱਚਾ। ਸ਼ੈਤਾਨ ਨਹੀਂ? ਨਹੀਂ ਨਹੀਂ, ਬੜੀ ਸ਼ਾਂਤ ਹੈ ਉਹ। ਸ਼ੈਤਾਨੀ ਉਹ ਹੈਗੀ ਆ, ਬਟ ਉਹਦੇ 'ਤੇ ਇੰਨੀਆਂ ਮਜਬੂਰੀਆਂ ਨੇ, ਔਰ ਇੰਨਾ ਉਹਨੇ ਆਪਣੀ ਫੈਮਿਲੀ ਨਾਲ ਕੋਪ ਅਪ ਕਰਨਾ ਹੈ ਕਿ ਉਹ ਸ਼ਾਂਤ ਰਹਿ ਕੇ ਓਬਜ਼ਰਵ ਕਰਦੀ ਹੈ ਪਿੱਛੇ ਹੋ ਕੇ। ਅਗਰ ਸੈਕਰੀਫਾਈਸ ਕਰਨ ਦੀ ਗੱਲ ਆਉਂਦੀ ਤਾਂ ਉਹ ਕਹਿੰਦੀ ਹੈ ਕਿ ਮੈਂ ਕਰ ਦੂੰਗੀ। ਸ਼ੀ ਇਜ਼ ਦੈਟ ਗਰਲ, ਸ਼ੀ ਇਜ਼ ਸ਼ੀ ਇਜ਼ ਲਵ। ਜਦੋਂ ਤੁਸੀਂ ਇਹ ਕੈਰੈਕਟਰ ਬਣੇ ਤੇ ਉਹ ਸੈਕਰੀਫਾਈਸ ਵਾਲੀ, ਉਹ ਸ਼ਾਂਤ ਵਾਲੀ ਭਾਵਨਾ, ਜਾਂ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਵੀ ਸ਼ੀ ਇਜ਼ ਸਮਬਡੀ ਹੂ ਜਸਟ ਓਬਜ਼ਰਵਸ, ਹੈ ਨਾ, ਇਹ ਸਾਰਾ ਕੁਛ ਜਦੋਂ ਇਹ ਤੁਸੀਂ ਕਰ ਰਹੇ ਸੀਗੇ, ਉਹਨੂੰ ਫਿਰ ਜਦੋਂ ਪੂਰਾ ਤੁਹਾਡਾ ਟਾਈਮ ਇਹ ਕੈਰੈਕਟਰ ਪਲੇ ਕਰਨ 'ਚ, ਉਹਨੂੰ ਛੱਡਣਾ ਕਿੰਨਾ ਔਖਾ ਸੀ ਉਹ ਕੈਰੈਕਟਰ ਨੂੰ? ਜਾਂ ਉਹਦੀ ਕੁਝ ਚੀਜ਼ਾਂ, ਉਹਦੇ ਕੁਝ ਟ੍ਰੇਟਸ ਤੁਹਾਡੇ 'ਚ ਵੀ ਰਹਿ ਗਏ? ਮੈਨੂੰ ਇਸ ਗੱਲ ਦਾ ਇੰਨਾ ਜ਼ਿਆਦਾ ਅਹਿਸਾਸ ਨਹੀਂ, ਮੇਬੀ ਮੈਂ ਹਾਲੇ ਇੰਨੀ ਉਹ ਡੀਪਲੀ ਚੀਜ਼ਾਂ ਨੂੰ ਓਬਜ਼ਰਵ ਕਰਨਾ ਸ਼ੁਰੂ ਨਹੀਂ ਕੀਤਾ। ਬਟ ਹਾਂ, ਇੱਕ ਗੱਲ ਸੀਗੀ ਵੀ ਮੈਂ ਰਿਤੂ ਤੋਂ ਇਹ ਜ਼ਰੂਰ ਸਿੱਖਿਆ ਵੀ ਸ਼ਾਂਤ ਹੋ ਕੇ ਨਾ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ। ਕਈ ਵਾਰੀ ਸ਼ਾਂਤ ਰਹਿ ਕੇ ਯੂ ਜਸਟ ਨੀਡ ਟੂ ਬੀ ਕਾਮ, ਜਸਟ ਨੀਡ ਟੂ ਬੀ ਕਾਮ, ਔਰ ਆਪਦੇ ਅੰਦਰ ਆਪਦੇ ਰੱਬ ਨਾਲ ਪ੍ਰੇ ਕਰਦੇ ਰਹੋ, ਤੁਹਾਨੂੰ ਮਿਲ ਜਾਂਦਾ ਸਾਰਾ ਕੁਝ, ਚੀਜ਼ਾਂ ਹੋ ਜਾਂਦੀਆਂ। ਤੁਹਾਡੀ ਆਪਣੀ ਜਰਨੀ, ਤੁਸੀਂ ਪਟਿਆਲੇ ਤੋਂ, ਹੈ ਨਾ, ਤੁਸੀਂ ਡਾਇਰੈਕਸ਼ਨ ਪੜ੍ਹੀ ਹੈ, ਥੀਏਟਰ ਪੜ੍ਹਿਆ ਹੈ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕੁਝ ਟਾਈਮ ਥੀਏਟਰ ਵੀ ਕੀਤਾ, ਫਿਰ 1-2 ਮੂਵੀਜ਼ ਵੀ ਮੈਂ ਕੀਤਾ। ਸਟਿਲ ਡੂਇੰਗ ਥੀਏਟਰ। ਅੱਛਾ। ਹਾਂ, ਹਾਂਜੀ ਤੇ ਹਾਂਜੀ। ਥੋੜ੍ਹਾ ਜਿਹਾ ਜਦੋਂ ਤੁਸੀਂ ਸ਼ੁਰੂਆਤ ਕੀਤੀ, ਕਿਵੇਂ ਸੋਚਿਆ ਕਿ ਵੀ ਹਾਂ ਮੈਂ ਮੂਵੀਜ਼ ਕਰਨੀਆਂ ਨੇ? ਓਬਵੀਅਸਲੀ ਥੀਏਟਰ ਤੁਸੀਂ ਕੀਤਾ, ਪਰ ਡਾਇਰੈਕਸ਼ਨ ਵੀ ਤੁਸੀਂ ਪੜ੍ਹੀ। ਡਾਇਰੈਕਸ਼ਨ ਦੀ ਥਾਂ, ਡਾਇਰੈਕਸ਼ਨ ਇਜ਼ ਬਿਹਾਈਂਡ ਦ ਕੈਮਰਾਜ਼, ਅਤੇ ਦਿਸ ਯੋਰ ਰੋਲ ਇਜ਼ ਇਨ ਫਰੰਟ ਆਫ ਦ ਕੈਮਰਾ, ਅਤੇ ਇਹ ਜਿਹੜੀ ਤੁਸੀਂ ਡਿਸੀਜਨ ਲਿੱਤਾ ਮਾਈ ਉਹ ਗੁਰੂ ਜੀ ਗਾਈਡਡ, ਡਾਕਟਰ ਲੱਖਾ ਲੈਰੀ ਸਰ, ਹੀ ਗਾਈਡਡ ਮੀ ਕਿ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਸਵੇਰੇ ਕਲਾਸ ਲਾਉਂਦੀ ਸੀ ਯੂਨੀਵਰਸਿਟੀ ਜਾ ਕੇ। 3 ਵਜੇ ਜਦੋਂ ਸਾਡੀ ਕਲਾਸਿਸ ਖਤਮ ਹੋ ਜਾਂਦੀ ਸੀ, ਨਹੀਂ 3:30 ਵਜੇ ਕਲਾਸਿਸ ਖਤਮ ਹੁੰਦੀ ਸੀ, ਔਰ 4 ਵਜੇ ਸਾਡੀ ਥੀਏਟਰ ਕਲਾਸਿਸ ਸ਼ੁਰੂ ਹੋ ਜਾਂਦੀ ਸੀ। ਸੋ ਆਈ ਵਾਜ਼ ਆਕਿਊਪਾਈਡ ਪੂਰਾ ਦਿਨ। ਤੋਂ ਗੱਲ ਇਹ ਹੁੰਦੀ ਸੀ ਕਿ ਮੈਂ ਸਾਰਾ ਦਿਨ, ਉਹਨਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਯੂ ਵਿਲ ਗੈਟ ਟੂ ਨੋ, ਮੇਬੀ ਸ਼ਾਇਦ ਉਹ ਵੱਡੇ ਨੇ, ਉਹਨਾਂ ਨੂੰ ਓਬਜ਼ਰਵ ਹੋ ਜਾਂਦੀਆਂ ਨੇ ਕੁਝ ਚੀਜ਼ਾਂ। ਉਹ ਉਸ ਤਰੀਕੇ ਕਹਿੰਦੇ ਤੂੰ ਇਹ ਵਾਲਾ ਕੋਰਸ ਲੈ, ਥੀਏਟਰ ਮੈਂ ਤੈਨੂੰ ਪੜ੍ਹਾ ਰਿਹਾ ਨਾਲ ਦੀ ਨਾਲ। ਸੋ ਜੇ ਤੁਸੀਂ ਕਹਿਣਾ ਚਾਹੋ ਤਾਂ ਐਵੇਂ ਕਹਿ ਸਕਦੇ ਹੋ ਕਿ ਮੇਰੀ 2 ਕਲਾਸਿਸ ਹੁੰਦੀਆਂ ਸੀਗੀਆਂ, 2 ਡਿਗਰੀਜ਼ ਮੈਂ ਇੱਕ ਨਾਲ ਚੱਲ ਰਹੀ ਸੀ। ਮੇਰਾ ਥੀਏਟਰ ਸ਼ਾਮ ਨੂੰ ਚੱਲ ਰਿਹਾ ਸੀ ਅਤੇ ਡਾਇਰੈਕਸ਼ਨ ਮੇਰੀ ਸਵੇਰੇ ਚੱਲ ਰਹੀ ਸੀ। ਅਤੇ ਮੈਂ ਜੋ ਤੁਹਾਨੂੰ ਪੁੱਛ ਰਿਹਾ, ਫਿਰ ਐਕਟਿੰਗ ਥੀਏਟਰ ਵਾਲੀ ਚੀਜ਼ ਨੂੰ ਤੁਸੀਂ ਫੜ ਕੇ ਰੱਖਿਆ, ਹਾਲੇ ਡਾਇਰੈਕਸ਼ਨ ਵਾਲੇ ਪਾਸੇ ਕੋਈ ਧਿਆਨ ਹੈਗਾ? ਉਸ ਪਾਸੇ ਜਾਣ ਦਾ ਕੋਈ ਆਈ ਪਲਾਨ ਸੋ ਹੈ? ਵਾਂਟਡ ਟੂ ਬੀ ਐਕਟਰੈਸ ਹਾਲੇ ਬਹੁਤ ਸਾਲ, ਮੈਨੂੰ ਨਹੀਂ ਪਤਾ ਡਾਇਰੈਕਸ਼ਨ ਦਾ, ਆਈ ਕਾਂਟ ਸੇ ਐਨੀਥਿੰਗ। ਆਈ ਵੋਂਟ ਡਿਨਾਈ ਕਿ ਹੋ ਨਹੀਂ ਸਕਦਾ, ਹੋ ਵੀ ਸਕਦਾ। ਮਤਲਬ ਆਈ ਡੂ ਥਿੰਕ ਚੀਜ਼ਾਂ ਨੂੰ ਮੈਂ ਇੱਕ ਪਰਸਪੈਕਟਿਵ ਨਾਲ ਦੇਖਦੀ ਹਾਂ। ਆਈ ਹੈਵ ਅ ਵਿਜ਼ਨ ਅਬਾਊਟ ਫਿਊ ਥਿੰਗਸ, ਬਟ ਰਾਈਟ ਨਾਓ ਆਮ ਫੁੱਲੀ ਫੋਕਸਡ ਅਬਾਊਟ ਮਾਈ ਐਕਟਿੰਗ ਕਰੀਅਰ, ਮਾਈ ਕਰਾਫਟ। ਹੋਪਫੁਲੀ ਬਸ ਰੱਬ ਦੇ ਡੋਰਾਂ ਨੇ, ਆਈ ਹੋਪ ਕਿ ਹੀ ਪਲੇਸ ਥਿੰਗਸ ਅਕੋਰਡਿੰਗਲੀ। ਅਤੇ ਐਕਟਿੰਗ ਵਿੱਚ ਕੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਫੈਸੀਨੇਟ ਕਰਦੀ ਹੈ, ਜਾਂ ਸਭ ਤੋਂ ਜ਼ਿਆਦਾ ਕਰਨ ਵਿੱਚ ਮਜ਼ਾ ਆਉਂਦਾ? ਕਰੈਕਟਰਸ ਪਲੇ ਕਰਨਾ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਐਕਟਰ ਬਣਦੇ ਹੋ, ਕੋਈ ਕਰੈਕਟਰ ਕਰਦੇ ਹੋ, ਯੂ ਆਰ ਐਕਸਪਲੋਰਿੰਗ ਯੋਰ ਸੈਲਫ, ਯੂ ਡਿਡਨਟ ਨੋ ਸਮਟਾਈਮਸ ਆਫਟਰ ਡੂਇੰਗ दैट शॉट कि ये कहाँ से आया। ਉਹ ਜਿਹੜੀ ਜਰਨੀ ਆ ਟੂ ਨੋ ਯੋਰ ਸੈਲਫ, ਟੂ ਗੋ ਐਂਡ ਨੋਇੰਗ ਯੋਰ ਕਪੈਸਿਟੀ, ਉਹ ਚੀਜ਼ ਬਹੁਤ ਸੋਹਣੀ ਆ।
when you do that character और वो शॉट हो गया कम ਇੱਕ ਵਾਰੀ ਪਤਾ ਲੱਗ ਰਿਹਾ ਹੁੰਦਾ ਕਿ ਯਾਰ ਇਹ ਹੋ ਗਿਆ ਮਤਲਬ ਇਟ ਹੈਜ਼ ਅ ਫੀਲਿੰਗ ਕਿ ਇਹ ਹੋ ਗਿਆ ਉਹ ਚੀਜ਼ ਬਹੁਤ ਸੋਹਣੀ ਲੱਗਦੀ ਹੈ ਦੈਟ ਇਜ਼ ਵੈਰੀ ਸੈਟਿਸਫਾਈਂਗ ਔਰ ਮੈਂ ਇਹ ਨਹੀਂ ਕਹੂੰਗੀ ਕਿ ਹਾਂ ਮੈਨੂੰ ਇਹ ਪਹਿਲਾਂ ਤੋਂ ਹੀ ਥੋੜ੍ਹਾ ਜਿਹਾ ਗਲੈਮਰ ਮੈਨੂੰ ਥੋੜ੍ਹਾ ਜਿਹਾ ਅਟਰੈਕਟ ਕਰਦਾ ਸੀ ਸੋ ਵਾਂਟਡ ਟੂ ਬੀ ਐਕਟਰੈਸ ਔਰ ਮੈਂ ਨਕਲ ਕਰਦੀ ਰਹਿੰਦੀ ਸੀ ਛੋਟੇ ਹੁੰਦੇ ਤੋਂ ਹੀ ਐਕਟਰੈਸਿਸ ਦੀ ਐਡਸ ਬੋਲਦੇ ਰਹਿਣਾ ਉਹਨਾਂ ਦੇ ਡਾਇਲੌਗਸ ਬੋਲਦੇ ਰਹਿਣਾ ਉਹਨਾਂ ਨੂੰ ਮਿਮਿਕ ਕਰਦੇ ਰਹਿਣਾ ਸੋ ਯਾ ਦਿਸ ਵਾਸ ਦੇਅਰ And what is the most challenging part of acting? to prepare somebody else be somebody else ਔਰ ਇਹ ਗੱਲ ਇਹ ਹੁੰਦੀ ਹੈ ਕਿ ਜਿਵੇਂ ਸੁਭਾਅ ਨਹੀਂ ਨਾ ਬੰਦੇ ਦਾ ਬਦਲਿਆ ਜਾ ਸਕਦਾ ਜਿੰਨਾ ਔਖਾ ਸੁਭਾਅ ਬਦਲਣਾ ਹੁੰਦਾ ਉਨਾ ਹੀ ਔਖਾ ਇੱਕ ਕਰੈਕਟਰ ਨੂੰ ਅਡੈਪਟ ਕਰਨਾ ਹੁੰਦਾ ਇਟਸ ਅ ਨਿਊ ਚੈਲੰਜ ਐਂਡ ਇਟਸ ਅਡਿਕਸ਼ਨ ਆਲਸੋ ਇਟਸ ਅਡਿਕਸ਼ਨ ਆਲਸੋ ਸੋ ਮੈਂ ਇੰਜੋਏ ਕਰਦੀ ਹਾਂ ਮੈਨੂੰ ਐਕਚੁਅਲੀ ਇੱਦਾਂ ਨਾ ਜਿਹੜਾ ਮਤਲਬ ਹੈ ਤਾਂ ਗਹਿਰਾ ਸਮੁੰਦਰ ਹਾਲੇ ਤਾਂ ਮੈਂ ਤੈਰਨਾ ਸਿੱਖ ਰਹੀ ਹਾਂ ਅੰਦਰ ਡਾਰੀ ਲਾਣਾ ਤਾਂ ਹਾਲੇ ਇਟਸ ਅ ਪ੍ਰੋਸੈਸ ਟਾਈਮ ਲੱਗੂਗਾ ਪਰ ਜਦੋਂ ਮੈਂ ਤੈਰਨਾ ਸਿੱਖ ਰਹੀ ਹਾਂ ਜਦੋਂ ਇੱਕ ਨਵਾਂ ਮੂਵ ਆ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਅਤੇ ਉਹ ਚੈਲੰਜ ਇੰਨਾ ਹੀ ਹੈ ਕਿ ਮੇਰੇ ਕੋਲ ਬਹੁਤ ਵੱਡਾ ਸਮੁੰਦਰ ਹੈ ਬਹੁਤ ਵੱਡਾ ਸਮੁੰਦਰ ਹੈ ਉਹ ਨਾ ਜਸਟ ਬੀ ਇਨ ਇਟ Roles ਮਿਲਣਾ ਟੈਕਨੀਕਲੀ ਸਾਰੀ ਚੀਜ਼ਾਂ ਸਿੱਖਣਾ ਇਹਨਾਂ 'ਚ ਵੀ ਕੋਈ ਮੁਸ਼ਕਿਲ ਆਉਂਦੀ ਹੈ? हाँ आंदी है मतलब बट स्टिल आई एम इंजॉइंग एवरी प्रोसेस ऑफ इट अगर कोई हर्डल है अगर कोई रेजिस्टेंस है किसी तरीके की अगर वो आ रही है ऑन माई वे बट आई एम टेकिंग इट एज अ चैलेंज एंड एज अ कॉम्प्लीमेंट और आई सो वॉन्टेड टू बी ऑन दिस प्लेटफॉर्म बी इन फ्रंट ऑफ कैमरा अगर ਉਹ ਸੁਪਨੇ ਦੇ ਵਿੱਚ ਅਗਰ ਕੋਈ ਹਰਡਲ ਆ ਵੀ ਰਿਹਾ ਆਈ ਐਮ ਇੰਜੋਇੰਗ ਇਟ ਤੇ ਇਹ ਸਾਰੇ 'ਚ ਤੁਹਾਡੇ ਪੇਰੈਂਟਸ ਦਾ ਕੀ ਸਪੋਰਟ ਹੈ ਉਹਨਾਂ ਨੂੰ ਕਿੱਦਾਂ ਲੱਗਦਾ ਦੇ ਹੈ? ਆਰ ਵੈਰੀ ਹੈਪੀ ਦੇ ਆਰ ਵੈਰੀ ਹੈਪੀ ਦੇ ਆਰ ਵੈਰੀ ਪ੍ਰਾਊਡ ਦੇ ਆਰ ਸਪੋਰਟਿੰਗ ਮੀ ਅਤੇ ਮੇਰੇ ਪਾਪਾ ਬੜੇ ਖੁਸ਼ ਨੇ ਮੇਰੇ ਪਾਪਾ ਬੜੇ ਖੁਸ਼ ਨੇ ਮੇਰੀ ਫੈਮਿਲੀ ਬਹੁਤ ਖੁਸ਼ ਆ ਦੇ ਆਰ ਅਮੇਜ਼ਿੰਗ ਦੇ ਆਰ ਇੰਜੋਇੰਗ ਇਟ ਅਬ ਆਈ ਇੰਜੋਇੰਗ ਉਹਨਾਂ ਨੂੰ ਦੇਖ ਦੇਖ ਕੇ ਮੈਂ ਬੜੀ ਖੁਸ਼ ਹੋ ਜਾਂਦੀ ਹਾਂ ਫਿਰ ਤੇ ਜਾਂਦੇ ਜਾਂਦੇ ਸਾਡੇ ਚੈਨਲ ਦੇ ਦਰਸ਼ਕਾਂ ਲਈ ਕੋਈ ਮੈਸੇਜ? ਸਾਡੀ ਫਿਲਮ ਆ ਰਹੀ ਆ 2 ਅਕਤੂਬਰ ਨੂੰ ਪਲੀਜ਼ ਗੋ ਐਂਡ ਵਾਚ ਉਦੋਂ ਤੱਕ ਤੁਸੀਂ ਸਾਡੇ ਗਾਣੇ ਇੰਜੋਏ ਕਰੋ ਸਾਡੇ ਕੋਲ ਮਹੀਨਾ ਹੈ ਗਾਣੇ ਇੰਜੋਏ ਕਰੋ ਨੱਚੋ ਖੇਡੋ ਗਾਓ ਡੂ ਸ਼ੇਅਰ ਇਟ ਵਿਦ ਯੋਰ ਫਰੈਂਡਸ ਮੇਕ ਰੀਲਸ ਜਸਟ ਬੀ ਕ੍ਰੇਜ਼ੀ ਐਂਡ ਇੰਜੋਏ ਯੋਰ ਲਾਈਫ Thank you for talking to us. Thank you. so much. Thank you for watching this.